सत श्री अकाल जी। आप सब जी का स्वागत है ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਵੈਸੇ ਤਾਂ ਬੇਟੇ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਊਗਾ, ਵੈਸੇ ਟੈਲੀਗ੍ਰਾਮ 'ਚ ਵੀ ਮੈਂ ਸ਼ੇਅਰ ਕਰਤਾ ਸੀ, ਬਹੁਤ ਸਾਰੇ ਚੈਨਲਾਂ ਨੇ ਵੀ ਇਹ ਵੀਡੀਓ ਪਾਤੀ ਹੋਣੀ ਹੈ ਤੇ ਕੋਰਸ ਵੀ ਲਾਂਚ ਕਰ ਦਿੱਤੇ ਹੋਣੇ ਆ। ਤੇ ਮੇਰਾ ਵੀਡੀਓ ਪਾਉਣ ਦਾ ਮਕਸਦ ਸਿਰਫ ਇੰਨਾ ਕੁ ਸੀਗਾ, ਇਹ 'ਚ ਕੁਝ ਗੱਲਾਂ ਜਿਹੜੀਆਂ ਹੈਗੀਆਂ ਜਿਹੜੀਆਂ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹਣਾ ਹੈ, ਕਿਉਂਕਿ ਜਦੋਂ ਕੋਈ ਬੱਚਾ ਕਿਸੇ ਮੁੱਦੇ ਵਿੱਚ ਫਸਦਾ ਹੈ ਜਾਂ ਉਹਨੂੰ ਕੋਈ ਪ੍ਰੋਬਲਮ ਹੁੰਦੀ ਹੈ, ਮੋਸਟਲੀ ਉਹ ਮੇਰੇ ਤੱਕ ਕੰਟੈਕਟ ਕਰਦਾ ਹੈ। ਤੇ ਕੁਝ ਅਜਿਹੀਆਂ ਪ੍ਰੋਬਲਮ ਜਿਹੜੀਆਂ ਤੁਹਾਡੇ ਦਿਮਾਗ 'ਚ ਨਹੀਂ ਹੁੰਦੀਆਂ ਫਾਰਮ ਭਰਨ ਟਾਈਮ ਜਾਂ ਭਰਤੀ ਆਉਣ ਟਾਈਮ, ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਵੀ ਤੁਸੀਂ ਉਸ ਗਲਤੀ ਤੋਂ ਕਿਵੇਂ ਬਚਣਾ ਹੈ ਜਾਂ ਤੁਸੀਂ ਉਹ ਗਲਤੀ ਨਹੀਂ ਕਰਨੀਗੀ। ਤਾਂ ਇਸ ਵੀਡੀਓ ਪਾਉਣ ਦਾ ਮਕਸਦ ਸਿਰਫ ਇੰਨਾ ਕੀ ਹੈਗਾ, ਤੁਹਾਨੂੰ ਅਵੇਅਰ ਕਰਨਾ ਉਹਨਾਂ ਗਲਤੀਆਂ ਤੋਂ ਕਿਵੇਂ ਬਚਣਾ ਜਿਹੜੀਆਂ ਅਕਸਰ ਬੱਚੇ ਕਰਦੇ ਆ ਜਦੋਂ ਕੋਈ ਪੋਸਟ ਆਉਂਦੀ ਹੈ। ਤਾਂ ਕਿਰਪਾ ਕਰਕੇ ਤੁਹਾਡੇ ਵਾਸਤੇ ਵੀਡੀਓ ਹੈ, ਐਂਡ ਤੱਕ ਦੇਖ ਲਿਓ। ਵੈਸੇ ਮੇਰਾ ਮਨ ਨਹੀਂ ਹੁੰਦਾ ਇੱਦਾਂ ਦੀ ਵੀਡੀਓ ਪਾਉਣ ਦਾ, ਕਿਉਂਕਿ ਆਪਾਂ ਸਾਰੇ ਪੜ੍ਹੇ ਲਿਖੇ ਆ, ਨੋਟੀਫਿਕੇਸ਼ਨ ਕੋਈ ਵੀ ਪੜ੍ਹ ਸਕਦਾ ਹੈ। ਨਾ ਤਾਂ ਮੇਰੀ ਉਹ ਆਦਤ ਆ ਵੀ ਵੇਖ ਕੇ ਨੋਟੀਫਿਕੇਸ਼ਨ ਪੜ੍ਹ ਕੇ ਤੇ ਬਸ ਵੀਡੀਓ ਐਂਡ ਕਰ ਦਈਏ। ਜਾਣਕਾਰੀ ਦੇਣਾ, ਸਟੀਕ ਜਾਣਕਾਰੀ ਦੇਣਾ, ਇਹ ਮੇਰਾ ਫਰਜ਼ ਹੈ। ਤਾਂ ਤੁਸੀਂ ਪਲੀਜ਼ 10 ਮਿੰਟ ਦੀ ਵੀਡੀਓ ਹੋਊਗੀ, ਦੇਖ ਲਿਓ, ਤੁਹਾਡੇ ਕੰਮ ਆਊਗੀ। ਪਟਵਾਰੀ ਭਰਤੀ ਆ ਚੁੱਕੀ ਹੈ ਜੀ 2023 ਦੀ, 710 ਪੋਸਟਾਂ ਨੇ ਤੁਹਾਡੀਆਂ। ਹੁਣ ਆਪਾਂ ਗੱਲ ਕਰਦੇ ਹਾਂ, ਇੱਕ ਤਾਂ ਧਿਆਨ ਰੱਖਣਾ ਕਦੇ ਵੀ ਲਾਸਟ ਡੇਟ ਤੇ ਫਾਰਮ ਨਹੀਂ ਭਰਨਾ, ਫਿਰ ਬੜੀ ਪ੍ਰੋਬਲਮ ਆਉਂਦੀ, ਫਿਰ ਫੀਸ ਨਹੀਂ ਭਰੀ ਜਾਂਦੀ। ਤਾਂ ਨਾ ਹੀ ਸਟਾਰਟਿੰਗ ਡੇਟ ਤੇ ਭਰਨਾ, ਥੋੜਾ ਜਿਹਾ ਵੇਟ ਕਰਕੇ 1-2 ਦਿਨ ਫਿਰ ਸਟਾਰਟ ਕਰਨਾ ਫਾਰਮ ਭਰਨਾ। ਤਾਂ ਇਹ ਅੱਜ ਆ ਗਈਆਂ ਜੀ 23/2 ਨੂੰ, ਤਾਂ 23/2 ਨੂੰ ਸਟਾਰਟ ਹੋ ਜਾਊਗਾ। ਲਾਸਟ ਡੇਟ ਹੈਗੀ ਹੈ ਜੀ 20 ਮਾਰਚ, ਠੀਕ ਹੈ ਜੀ। ਫੀਸ ਭਰਨ ਦੀ ਤਰੀਕ ਹੈਗੀ ਹੈ 22 ਮਾਰਚ। ਤਾਂ ਇਹ ਚਲੋ ਡੇਟਸ ਨੂੰ ਥੋੜਾ ਜਿਹਾ ਦਿਮਾਗ 'ਚ ਰੱਖ ਲਿਓ, ਤੁਹਾਡੇ ਕੰਮ ਆਉਣਗੀਆਂ। ਉਸ ਤੋਂ ਬਾਅਦ ਆਪਾਂ ਅਗਰ ਗੱਲ ਕਰੀਏ, ਅਗਲੀ ਗੱਲ ਕਰਦੇ ਹਾਂ ਵਿਦਿਅਕ ਯੋਗਤਾ, ਜਿਹਦੇ ਕਰਕੇ ਬੱਚਿਆਂ ਨੂੰ ਬੜੀ ਕਨਫਿਊਜ਼ਨ ਹੁੰਦੀ ਹੈ। ਇਹਦੇ ਵਿੱਚ ਗ੍ਰੈਜੂਏਸ਼ਨ ਮੰਗੀ ਹੈ ਬੇਟੇ, ਗ੍ਰੈਜੂਏਸ਼ਨ ਚਾਹੇ BA ਕੀਤੀ ਹੈ, BBA ਕੀਤੀ, BCA ਕੀਤੀ, ਜੋ ਮਰਜ਼ੀ ਕੀਤੀ ਉਹ ਚੱਲੂਗੀ, ਠੀਕ ਹੈ ਜੀ। ਹੁਣ ਸਰਟੀਫਿਕੇਟ ਦੀ ਜ਼ਰੂਰਤ ਕਿਹਨਾਂ ਨੂੰ ਨਹੀਂ ਹੈਗੀ, ਜਿਨ੍ਹਾਂ ਕੋਲ ਕੰਪਿਊਟਰ ਡਿਗਰੀ ਹੈ, ਜਿਵੇਂ BCA ਹੈ ਕਿਸੇ ਕੋਲੇ, MCA ਹੈ ਕਿਸੇ ਕੋਲੇ, PGDCA ਹੈ ਕਿਸੇ ਕੋਲੇ, MSc IT ਹੈਗੀ ਹੈ, BTech ਹੈਗੀ ਹੈ। ਕਹਿਣ ਦਾ ਭਾਵ ਉਹਨਾਂ ਸਾਰਿਆਂ ਨੂੰ ਇਹ ਜ਼ਰੂਰਤ ਨਹੀਂ ਹੈਗੀ। ਪਰ ਜਿਹੜੇ BTech ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਵਾਲੇ ਹੈਗੇ ਬੇਟੇ, ਉਹਨਾਂ ਨੂੰ ਜ਼ਰੂਰਤ ਪੈਂਦੀ ਹੈ। ਪਿਛਲੀ ਵਾਰੀ ਵੀ ਉਹਨਾਂ ਨੇ ਮੰਗਿਆ ਸੀ, ਉਹ ਆਪਣਾ ਸਰਟੀਫਿਕੇਟ ਨਾਲ ਰੱਖਣ। ਹੁਣ ਸਰਟੀਫਿਕੇਟ ਕਿਹੜਾ ਚੱਲੂਗਾ, ਇੱਕ ਤਾਂ 120 ਘੰਟਿਆਂ ਵਾਲਾ, ਘੱਟੋ ਘੱਟ 120 ਘੰਟੇ ਜਿਹਦੇ ਉੱਪਰ ਲਿਖਿਆ ਹੁੰਦਾ, ਠੀਕ ਹੈ ਜੀ। ਤੇ ਉਹ ਸਰਟੀਫਿਕੇਟ ਤੁਹਾਡਾ ਚੱਲੂਗਾ ਭਾਈ, ਤੇ ਉਹ ISO ਸਰਟੀਫਾਈਡ ਹੋਣਾ ਚਾਹੀਦਾ ਹੈ। ਹੁਣ ਕਈ ਬੱਚੇ ਮੈਨੂੰ ਮੈਸੇਜ ਕਰਨ ਲੱਗ ਜਾਂਦੇ, ਸਰ ਜੀ ਸਾਡਾ ਸਰਟੀਫਿਕੇਟ ਬਣਾ ਦਿਓ। ਭਾਈ ਮੈਂ ਤਾਂ ਕੋਈ ਮੈਂ ਜਾਲੀ ਕੰਮ ਕਦੇ ਕੀਤੇ ਤੇ ਨਾ ਹੀ ਕਰਨੇ ਆ। ਜਿੱਥੋਂ ਤੁਹਾਡਾ ਬਣਦਾ ਬਣਵਾ ਲਿਓ, ਬਟ ਇੱਕ ਗੱਲ ਦਾ ਧਿਆਨ ਰੱਖ ਲਿਓ ਵੀ ਉਹ ਸਰਟੀਫਿਕੇਟ ਤੇ ਮੋਹਰ ਲੱਗੀ ਹੋਵੇ, ਜਾਂ ਫਿਰ ਉੱਥੇ ISO ਸਰਟੀਫਾਈਡ ਨੰਬਰ ਹੋਣਾ ਜ਼ਰੂਰੀ ਆ ਉਸ ਇੰਸਟੀਚਿਊਟ ਕੋਲੇ ਜਿੱਥੋਂ ਤੁਸੀਂ ਇਹ ਪੜ੍ਹ ਕੇ ਬਣਵਾਓਗੇ, ਚਾਹੇ ਜਿਵੇਂ ਮਰਜ਼ੀ ਬਣਵਾਓਗੇ। ਸਰਟੀਫਿਕੇਟ ਦੀ ਮੈਂ ਗੱਲ ਕਰ ਰਿਹਾ, ਠੀਕ ਹੈ ਜੀ, ਠੀਕ ਹੈ। ਦੂਜਾ ਇਹ ਗੱਲ ਹੈਗੀ ਆ, ਜੇ ਤੁਸੀਂ 120 ਘੰਟੇ ਦਾ ਨਹੀਂ ਹੈਗਾ ਤਾਂ ਤੁਹਾਡੇ ਕੋਲੇ O ਲੈਵਲ ਦਾ ਵੀ ਹੋ ਸਕਦਾ। O ਲੈਵਲ ਦਾ PGDCA ਦੇ ਬਰਾਬਰ ਹੁੰਦਾ ਰਾਜੇ, 1 ਸਾਲ ਦਾ ਡਿਪਲੋਮਾ ਹੁੰਦਾ ਹੈ। ਤਾਂ ਕਹਿਣ ਦਾ ਮਤਲਬ ਘੱਟੋ ਘੱਟ 120 ਘੰਟਿਆਂ ਵਾਲਾ ਆਪਣੇ ਕੋਲੇ ਹੋਣਾ ਜ਼ਰੂਰੀ ਹੈ ਸਰਟੀਫਿਕੇਟ, ਜੇ ਆਪਾਂ BA ਕੀਤੀ ਹੈ ਜਾਂ ਕੋਈ ਅਦਰ ਡਿਗਰੀ ਕੀਤੀ ਹੈ ਕੰਪਿਊਟਰ ਤੋਂ, ਠੀਕ ਹੈ ਜੀ। ਤਾਂ ਉਹਦੇ ਨਾਲ ਤੁਹਾਡਾ ਸਰਟੀਫਿਕੇਟ ਲੱਗੂਗਾ। ਤਾਂ ਗੱਲ ਕਲੀਅਰ ਹੋ ਗਈ ਹੈ। ਪਹਿਲੀ ਗੱਲ ਤੁਹਾਡੇ ਕੋਲੇ ਡਿਗਰੀ ਹੋਣੀ ਜ਼ਰੂਰੀ ਹੈ। ਦੂਜੀ ਗੱਲ ਤੁਹਾਡੇ ਕੋਲੇ ਕੰਪਿਊਟਰ ਸਰਟੀਫਿਕੇਟ ਹੋਣਾ ਜ਼ਰੂਰੀ ਹੈ, ਜੇ ਤੁਹਾਡੀ ਡਿਗਰੀ ਕੰਪਿਊਟਰ ਦੇ ਵਿੱਚ ਨਹੀਂ ਹੈਗੀ। ਤੀਜੀ ਗੱਲ ਕੀ ਹੋਣੀ ਜ਼ਰੂਰੀ ਹੈ ਜੀ, ਤੀਜੀ ਗੱਲ ਇਹ ਹੈ ਕਿ ਤੁਸੀਂ ਪੰਜਾਬੀ ਪਾਸ ਕੀਤੀ ਹੋਵੇ, ਚਾਹੇ 10ਵੀਂ 'ਚ ਪਾਸ ਕੀਤੀ ਹੋਵੇ, ਜਾਂ ਫਿਰ ਤੁਸੀਂ ਅੱਗੇ ਜਾ ਕੇ ਕਿਤੇ ਗ੍ਰੈਜੂਏਸ਼ਨ ਦੇ ਵਿੱਚ ਕੀਤੀ ਹੈ, +2 ਦੇ ਵਿੱਚ ਕੀਤੀ ਹੈ। ਜੇ ਕੋਈ ਬੱਚਾ ਹੋਰ ਹੈਗਾ ਜਿਹਨੇ ਨਾ 10ਵੀਂ 'ਚ ਕੀਤੀ, ਨਾ +2 'ਚ ਕੀਤੀ, ਨਾ ਗ੍ਰੈਜੂਏਸ਼ਨ 'ਚ ਕੀਤੀ, ਸਪੈਸ਼ਲ ਜਿਹੜਾ ਬੋਰਡ ਵੱਲੋਂ ਪੇਪਰ ਹੁੰਦਾ ਜਾਂ ਉਹ ਭਰਿਆ ਹੋਵੇ, ਉਹਦੇ 'ਚ ਕੀਤੀ ਹੋਵੇ, ਤਾਂ ਕਹਿਣ ਦਾ ਮਤਲਬ ਪੰਜਾਬੀ ਐਜ਼ ਏ 1 ਸਬਜੈਕਟ ਪੜ੍ਹਿਆ ਹੋਣਾ ਜ਼ਰੂਰੀ ਆ। ਉਹ ਤਾਂ ਹੀ ਪੋਸਟ ਭਰ ਸਕਦਾ। ਜੇ ਫਿਰ ਉਹ ਤਿੰਨੇ ਜਿਹੜੀਆਂ ਕੰਡੀਸ਼ਨਾਂ ਹੈਗੀਆਂ, ਜੇ ਉਹ ਫੁੱਲਫਿਲ ਨਹੀਂ ਕਰਦਾ, ਤਿੰਨਾਂ 'ਚੋਂ ਇੱਕ ਵੀ ਨਹੀਂ ਕਰਦਾ, ਜਾਂ ਤਿੰਨੇ ਨਹੀਂ ਕਰਦਾ, ਜਾਂ ਕੋਈ ਇੱਕ ਨਹੀਂ ਕਰਦਾ, ਤਾਂ ਉਹ ਕੀ ਹੋ ਜਾਊਗਾ, ਡਿਸਕੁਆਲੀਫਾਈ ਹੋ ਜਾਊਗਾ। ਤਾਂ ਤਿੰਨੇ ਸ਼ਰਤਾਂ ਹੋਣੀਆਂ ਜ਼ਰੂਰੀ ਨੇ ਤੁਹਾਡੀਆਂ। ਕਲੀਅਰ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਅੱਛਾ, ਇੱਕ ਗੱਲ ਹੋਰ ਧਿਆਨ ਰੱਖਿਓ ਕਿ ਲਾਸਟ ਡੇਟ ਆਫ ਰਿਸਿਪਟ, ਠੀਕ ਹੈ ਜੀ, ਐਪਲੀਕੇਸ਼ਨ ਤਾਂ ਇਦੋਂ ਪਹਿਲਾਂ ਪੂਰੀਆਂ ਹੋਣੀ ਚਾਹੀਦੀਆਂ। ਕਈ ਬੱਚੇ ਕਹਿੰਦੇ ਜੀ ਬਾਅਦ 'ਚ ਕਰ ਲਾਂਗੇ, ਬਾਅਦ 'ਚ ਨਹੀਂ ਭਾਈ, ਫਾਰਮ ਭਰਨ ਤੋਂ ਪਹਿਲਾਂ ਤੁਹਾਡਾ ਇਹ ਚੀਜ਼ਾਂ ਤੁਹਾਡੀਆਂ ਕੰਪਲੀਟ ਹੋਣੀਆਂ ਚਾਹੀਦੀਆਂ। ਚਾਹੇ ਕੋਈ ਕੰਪਿਊਟਰ ਸਰਟੀਫਿਕੇਟ ਹੈ, ਚਾਹੇ ਤੁਹਾਡੀ ਡਿਗਰੀ ਹੈ, ਚਾਹੇ ਤੁਹਾਡੀ ਕੋਈ ਪੰਜਾਬੀ ਪੇਪਰ ਹੈ, ਠੀਕ ਹੈ ਜੀ। ਇਹ ਡੇਟ ਆਫ ਰਿਸਿਪਟ ਤੋਂ ਪਹਿਲਾਂ, ਐਪਲੀਕੇਸ਼ਨ ਤੋਂ ਪਹਿਲਾਂ ਦਾ ਹੋਣਾ ਜ਼ਰੂਰੀ ਹੈ। ਅੱਗੇ ਗੱਲ ਕਰਦੇ ਹਾਂ ਜੀ। ਹੁਣ ਆਪਾਂ ਅਗਲੀ ਗੱਲ ਤੇ ਚੱਲਦੇ ਹਾਂ ਜੀ। ਕਹਿੰਦਾ ਨੌਲੇਜ ਆਫ ਪੰਜਾਬੀ ਲੈਂਗੁਏਜ, ਠੀਕ ਹੈ ਜੀ। ਤਾਂ ਪੰਜਾਬੀ ਤੁਹਾਨੂੰ ਮੈਂ ਦੱਸਤਾ ਵੀ 10ਵੀਂ ਦੇ ਵਿੱਚ ਪੜ੍ਹੀ ਹੋਣੀ ਜ਼ਰੂਰੀ ਹੈ, ਜਾਂ ਫਿਰ ਕੋਈ ਇਲੈਕਟਿਵ ਸਬਜੈਕਟ ਪੜ੍ਹਿਆ ਹੋਵੇ ਗ੍ਰੈਜੂਏਸ਼ਨ ਦੇ ਵਿੱਚ, +2 ਦੇ ਵਿੱਚ, ਜਾਂ ਫਿਰ ਕਹਿੰਦਾ ਜੀ ਜਿਹੜਾ ਸਪੈਸ਼ਲ ਪੇਪਰ ਲੈਂਦੀ ਹੈ ਗਵਰਨਮੈਂਟ ਟਾਈਮ ਟੂ ਟਾਈਮ। ਕੌਣ ਲੈਂਦਾ ਜੀ? ਪੰਜਾਬ ਸਕੂਲ ਸਿੱਖਿਆ ਬੋਰਡ ਲੈਂਦਾ। ਜੇ ਤੁਹਾਡੇ ਤਿੰਨਾਂ ਦੇ ਵਿੱਚੋਂ ਕੋਈ ਵੀ ਜਗ੍ਹਾ 'ਤੇ ਤੁਸੀਂ ਪੰਜਾਬੀ ਪੜ੍ਹੀ ਹੋਈ ਹੈ ਤਾਂ ਤੁਹਾਨੂੰ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਤੁਸੀਂ ਫਾਰਮ ਭਰ ਸਕਦੇ ਹੋ। ਪਰ ਨਾਲ ਜਿਹੜਾ ਪੰਜਾਬੀ ਦਾ ਪੇਪਰ ਹੋਣਾ ਉਹ ਲਾਜ਼ਮੀ ਹੈ ਬੇਟੇ। ਜਿਹੜਾ 50 ਨੰਬਰ ਦਾ ਪੰਜਾਬੀ ਦਾ ਪੇਪਰ ਹੋਣਾ ਉਹ ਹਰੇਕ ਪੋਸਟ ਵਾਸਤੇ ਹੋਣਾ, ਚਾਹੇ ਉਹ ਗਰੁੱਪ C ਦੀ ਪੋਸਟ ਹੈ, ਚਾਹੇ ਉਹ ਕੀ ਹੈ D ਦੀ ਪੋਸਟ ਹੈ। ਤਾਂ ਪਟਵਾਰੀ ਦਾ ਪੇਪਰ ਗਰੁੱਪ C 'ਚ ਆਉਂਦਾ ਭਾਈ, ਤਾਂ ਗਰੁੱਪ C 'ਚ ਆਉਣ ਕਰਕੇ ਇਹਦੇ ਕੀ ਆ ਜੀ, ਪੰਜਾਬੀ
ਲੈਂਗੁਏਜ ਦਾ ਟੈਸਟ ਹੋਊਗਾ 50 ਨੰਬਰ ਦਾ, ਜਿਹਦੇ ਵਿੱਚੋਂ 25 ਨੰਬਰ ਲੈਣੇ ਹੋਣਗੇ। ਤਾਂ ਉਹਦੀ ਆਲਰੇਡੀ ਆਪਾਂ ਤਿਆਰੀ ਕਰ ਰਹੇ ਹਾਂ। ਰਾਤ ਨੂੰ ਲਾਈਵ ਕਲਾਸ ਹੁੰਦੀ 8 ਵਜੇ, ਦੇਖ ਸਕਦੇ ਹੋ। ਇਸ ਤੋਂ ਇਲਾਵਾ ਆਪਣਾ ਇੱਕ ਕੋਰਸ ਵੀ ਚੱਲ ਰਿਹਾ, ਉਸ ਕੋਰਸ ਦੀ ਅਗਰ ਡਿਟੇਲ ਚਾਹੀਦੀ ਹੋਊਗੀ ਤਾਂ ਇਸ ਨੰਬਰ ਤੇ ਤੁਸੀਂ ਕੀ ਕਰ ਲਿਓ, ਮੈਨੂੰ WhatsApp ਕਰ ਲਿਓ। ਇਹ ਬਾਅਦ ਦੀਆਂ ਗੱਲਾਂ ਨੇ, ਠੀਕ ਹੈ ਜੀ, ਇਹ ਨੋਟ ਕਰ ਲਿਓ। ਹੁਣ ਇਹਨਾਂ ਨੇ ਸਪੈਸ਼ਲ ਲਿਖਿਆ, ਇਹ ਜਿਹੜਾ ਅਮੈਂਡਮੈਂਟ ਹੋਈ ਹੈ 2022 ਦੇ ਵਿੱਚ ਹੋਈ ਹੈ, ਅਕਤੂਬਰ ਦੇ ਵਿੱਚ, ਠੀਕ ਹੈ ਜੀ, 10ਵੇਂ ਮਹੀਨੇ ਹੋਈ ਹੈ। ਤੇ ਇਹਦੇ ਵਿੱਚ ਲਿਖਿਆ ਗਿਆ ਵੀ ਜਿਹੜਾ ਗਰੁੱਪ C ਵਾਸਤੇ ਆ ਬੇਟੇ, ਉਹਨਾਂ ਨੇ ਪੰਜਾਬੀ ਪੇਪਰ ਪਾਸ ਹੋਣਾ ਲਾਜ਼ਮੀ ਆ। ਜੇ ਪੰਜਾਬੀ ਪੇਪਰ ਪਾਸ ਨਹੀਂ ਕਰਦੇ ਤਾਂ ਤੁਹਾਡਾ ਮੈਰਿਟ ਵਾਲੇ ਨੰਬਰ ਨਹੀਂ ਜੁੜਨੇ। ਤਾਂ ਪੰਜਾਬੀ ਪੇਪਰ ਪਾਸ ਕਰਨਾ ਬਹੁਤ ਸੌਖਾ, 50 ਤੋਂ 25 ਨੰਬਰ ਲੈਣੇ ਨੇ। ਉਹਦਾ ਸਿਲੇਬਸ ਵੀ ਮੈਂ ਸ਼ੇਅਰ ਕਰ ਦੂੰਗਾ। ਤਾਂ ਉਹ ਅੱਗੇ ਸਭ ਕੁਝ ਮੈਂ ਪੜ੍ਹਾ ਰਿਹਾ, ਆਲਰੇਡੀ ਕਲਾਸਾਂ ਚੱਲ ਰਹੀਆਂ ਨੇ। ਤਾਂ ਗੱਲ ਕਲੀਅਰ ਹੋ ਗਈ ਜੀ। ਪੰਜਾਬੀ ਐਜ਼ ਏ 1 ਸਬਜੈਕਟ ਪੜ੍ਹਿਆ ਹੋਣਾ ਵੀ ਜ਼ਰੂਰੀ ਹੈ, ਤੇ ਜਿਹੜਾ ਪੇਪਰ ਹੋਊਗਾ ਉਹ ਸਾਰਿਆਂ ਨੇ ਪਾਸ ਕਰਨਾ ਹੈ, ਠੀਕ ਹੈ। ਚਾਹੇ ਤੁਸੀਂ 10ਵੀਂ 'ਚ ਪੰਜਾਬੀ ਪੜ੍ਹੀ ਹੈ, ਚਾਹੇ ਗ੍ਰੈਜੂਏਸ਼ਨ 'ਚ ਪੜ੍ਹੀ ਹੈ, ਚਾਹੇ ਕੋਈ ਸਪੈਸ਼ਲ ਪੇਪਰ ਦੇ ਕੇ ਪੜ੍ਹੀ ਹੈ, ਠੀਕ ਹੈ। ਪੇਪਰ ਸਾਰਿਆਂ ਦਾ ਹੋਣਾ, ਚਾਹੇ ਉਹ ਪੰਜਾਬ ਦਾ ਬੱਚਾ, ਚਾਹੇ ਅਦਰ ਦੈਨ ਪੰਜਾਬ ਤੋਂ ਅਦਰ ਸਟੇਟ ਦਾ ਬੱਚਾ ਹੈ। ਅੱਗੇ ਗੱਲ ਕਰਦੇ ਹਾਂ ਜੀ, ਤਨਖਾਹ ਦੀ ਗੱਲ ਕਰਦੇ ਹਾਂ ਜੀ। ਤਨਖਾਹ ਤੁਹਾਡੀ 19,900 ਸਕੇਲ ਹੈ ਜੀ, ਤੁਹਾਡਾ 7th ਪੇ ਕਮਿਸ਼ਨ ਦੇ ਅਕੋਰਡਿੰਗ। ਬਟ ਜਿਹੜਾ ਰੌਲਾ ਚੱਲ ਰਿਹਾ ਸੀਗਾ, ਰੌਲਾ ਇਹ ਚੱਲ ਰਿਹਾ ਸੀਗਾ, ਤਾਂ ਟ੍ਰੇਨਿੰਗ ਹੁਣ 2 ਸਾਲ ਦੀ ਜਗ੍ਹਾ ਤੇ 1 ਸਾਲ ਦੀ ਕਰਤੀ ਹੈ, ਤੇ 6 ਮਹੀਨੇ ਫੀਲਡ ਦੀ ਕਰਤੀ, ਯਾਨੀ ਕਿ 1.5 ਸਾਲ ਦੀ ਟ੍ਰੇਨਿੰਗ ਕਰਤੀ, ਠੀਕ ਹੈ। ਪਹਿਲਾਂ 2 ਸਾਲ ਦੀ ਹੁੰਦੀ ਸੀਗੀ। ਦੂਜਾ ਉਹਨਾਂ ਨੇ ਇੱਕ ਰੌਲਾ ਚੱਲ ਰਿਹਾ ਸੀ ਤਨਖਾਹ ਦਾ, ਕਿ 1.5 ਸਾਲ ਤੁਹਾਨੂੰ ਸਿਰਫ 5,000 ਰੁਪਏ ਹੀ ਮਿਲਣਾ ਹੈ ਪਟਵਾਰੀ ਦੀ ਪੋਸਟ ਦੇ ਵਿੱਚ। ਪਰ ਇਹ ਰੌਲਾ ਨਹੀਂ ਨਿਬੜਿਆ ਤੇ 5,000 ਰੁਪਏ ਤੁਹਾਨੂੰ ਮਿਲਣਾ ਹੈ। ਤਾਂ ਕਹਿਣ ਦਾ ਭਾਵ ਕਿ ਤੁਸੀਂ 1.5 ਸਾਲ ਵਾਸਤੇ 5,000 ਤਨਖਾਹ ਤੇ ਕੰਮ ਕਰੋਗੇ ਪਟਵਾਰੀ ਦੇ ਵਿੱਚ, ਠੀਕ ਹੈ ਜੀ। ਤਾਂ ਪਟਵਾਰੀ ਸਾਹਿਬ ਆ ਬਸ ਤਨਖਾਹ ਦੇਖ ਲਓ, ਠੀਕ ਹੈ। ਤਾਂ ਅੱਗੇ ਗੱਲ ਕਰਦੇ ਆ ਜੀ ਆਪਾਂ। ਹੁਣ ਜਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਬੇਟੇ, ਹੁਣ ਮੈਂ ਤੁਹਾਨੂੰ ਦੱਸਦਾ, ਬੱਚੇ ਜਾਂਦੇ ਨੇ ਸਾਈਬਰ ਕੈਫੇ ਕੋਲੇ, ਜਿੱਥੇ ਮਰਜ਼ੀ ਫਾਰਮ ਭਰਾਓ, ਪਰ ਜਦੋਂ ਵੀ ਫਾਰਮ ਭਰਾਓਗੇ ਕੋਲੇ ਬੈਠ ਕੇ ਭਰਾਉਣਾ। ਬਹੁਤ ਬੱਚੇ ਮੇਰੇ ਕੋਲੇ ਆਉਂਦੇ ਆ ਜੀ, ਸਾਡੀ ਫੋਟੋ ਜਗ੍ਹਾ ਤੇ ਕਿਸੇ ਹੋਰ ਦੀ ਫੋਟੋ ਲੱਗ ਗਈ, ਸਾਡੇ ਸਾਈਨ ਜਗ੍ਹਾ ਤੇ ਕਿਸੇ ਹੋਰ ਦੇ ਸਾਈਨ ਹੋ ਗਏ, ਸਾਈਨ ਪੁੱਠੇ ਹੋ ਗਏ ਜੀ, ਫੋਟੋ ਪੁੱਠੀ ਹੋ ਗਈ, ਫੋਟੋ ਜਗ੍ਹਾ ਤੇ ਸਾਈਨ ਹੋ ਗਏ, ਸਾਈਨ ਜਗ੍ਹਾ ਤੇ ਫੋਟੋ ਹੋ ਗਈ। ਸਭ ਤੋਂ ਵੱਡਾ ਚੱਕਰ ਪੈਂਦਾ ਕੈਟਾਗਰੀ ਦਾ, SC MB ਤੇ SC ਅਦਰ ਦਾ ਬਹੁਤ ਪੰਗਾ ਪੈਂਦਾ। ਇੱਕ ਬੱਚਾ ਮੇਰੇ ਕੋਲੇ ਹੈਗਾ ਵਿਚਾਰਾ, ਪੰਜਾਬ ਪੁਲਿਸ ਦੇ ਵਿੱਚ ਸਿਲੈਕਟਡ ਹੈ, ਸਿਰਫ ਕੈਟਾਗਰੀ SC RO ਦੀ ਜਗ੍ਹਾ ਤੇ ਅਦਰ, ਸ਼ਾਇਦ ਕੁਝ ਮਤਲਬ ਕਿ ਮਜ਼੍ਹਬੀ ਸਿੱਖ ਦੀ ਜਗ੍ਹਾ ਤੇ RO ਕੀਤੀ ਹੋਈ ਹੈ। ਤਾਂ ਬੱਚਾ ਹਜੇ ਤੱਕ ਪਛਤਾ ਰਿਹਾ, ਸਾਰਾ ਕੁਝ ਦਾ ਕਲੀਅਰ ਹੈ। ਤਾਂ ਕਹਿਣ ਦਾ ਮਤਲਬ ਕੈਟਾਗਰੀ ਧਿਆਨ ਦੇ ਨਾਲ, ਕੱਲੀ ਕੱਲੀ ਚੀਜ਼, ਨਾਮ, ਫਾਦਰ ਨੇਮ, ਫੋਟੋ, ਸਾਈਨ, ਸਭ ਕੁਝ ਕੋਲੇ ਬੈਠ ਕੇ ਭਰਾਉਣਾ ਹੈ। ਪਹਿਲੀ ਗੱਲ ਤਾਂ ਮੈਂ ਕਹੂੰਗਾ ਫਾਰਮ ਆਪ ਭਰਨਾ। ਫਾਰਮ ਭਰਨਾ ਬਹੁਤ ਸੌਖਾ ਹੁੰਦਾ, ਆਪਾਂ ਪੜ੍ਹੇ ਲਿਖੇ ਹਾਂ। ਜੇ ਫਾਰਮ ਹੀ ਨਹੀਂ ਭਰਨਾ ਆਉਂਦਾ ਫਿਰ ਆਪਾਂ ਪੇਪਰ ਕੀ ਦੇਵਾਂਗੇ? ਮੇਰਾ ਤਾਂ ਮੰਨਣਾ ਇਹ ਹੈ। ਤਾਂ ਤੁਸੀਂ ਫਿਰ ਵੀ ਕੁਝ ਗੱਲਾਂ ਦਾ ਧਿਆਨ ਰੱਖਣਾ ਬੇਟੇ। ਇੱਕ ਤਾਂ ਕਹਿੰਦੇ ਜੀ ਕੈਟਾਗਰੀ ਦਾ ਕੋਡ ਤੁਹਾਨੂੰ ਦਿੱਤਾ ਗਿਆ, ਜਿਹੜਾ ਨੋਟੀਫਿਕੇਸ਼ਨ ਹੈਗਾ, ਆਪਣੇ ਅਕੋਰਡਿੰਗ ਜਿਹੜੀ ਕੈਟਾਗਰੀ ਉਹਦਾ ਕੋਡ ਉਹੀ ਭਰਨਾ ਹੈ। ਨਾ ਤਾਂ ਕੈਟਾਗਰੀ ਚੇਂਜ ਹੋਊਗੀ, ਨਾ ਕੈਟਾਗਰੀ ਕੋਡ ਚੇਂਜ ਹੋਊਗਾ। ਤਾਂ ਜਿਹੜੀ ਤੁਸੀਂ ਇੱਕ ਵਾਰੀ ਭਰਤੀ ਕੈਟਾਗਰੀ ਪਾਈ ਉਹੀ ਰਹੂਗੀ। ਤਾਂ ਧਿਆਨ ਰੱਖਿਓ। ਤਾਂ ਕਈ ਬੱਚੇ ਸੱਚ ਇੱਕ ਹੋਰ ਚੱਕਰ ਹੈਗਾ, ਮੇਲ ਦੀ ਜਗ੍ਹਾ ਤੇ ਫੀਮੇਲ ਭਰ ਦਿੰਦੇ ਆ, ਫੀਮੇਲ ਜਗ੍ਹਾ ਤੇ ਮੇਲ ਭਰੀ ਜਾਂਦੇ ਆ, ਉਹਨਾਂ ਦਾ ਵੀ ਬਹੁਤ ਵੱਡਾ ਪੰਗਾ ਹੈ। ਤਾਂ ਧਿਆਨ ਦੇ ਨਾਲ ਭਾਈ ਆਪਣਾ ਜੈਂਡਰ ਵੀ ਸੋਚ ਸਮਝ ਕੇ ਭਰਨਾ, ਵੇਖ ਕੇ ਭਰਨਾ। ਤਾਂ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਸ਼੍ਰੇਣੀ ਕੋਡ। ਕਹਿੰਦਾ ਜੀ ਸ਼੍ਰੇਣੀ ਕੋਡ ਜਿਹੜਾ ਦਰਸਾਇਆ ਗਿਆ ਬੇਟੇ ਉਹਦੇ ਅਨੁਸਾਰ ਹੀ ਫਾਰਮ ਭਰਨਾ ਹੈ, ਠੀਕ ਹੈ ਜੀ। ਤੀਜੀ ਗੱਲ ਕਹਿੰਦਾ ਜੀ ਜਿਹੜਾ ਰਾਖਵਾਂ ਕਰਨਾ, ਮਤਲਬ ਕਿ SC ਕੈਟਾਗਰੀ, BC ਕੈਟਾਗਰੀ, ਹੋਰ ਜਿਹੜੇ ਅਦਰ ਕੋਟੇ ਦੀ ਰਿਜ਼ਰਵੇਸ਼ਨ ਮਿਲਦੀ ਹੈ ਸਿਰਫ ਪੰਜਾਬ ਦੇ ਬੰਦਿਆਂ ਨੂੰ ਮਿਲੂਗੀ। ਜਿਹੜੇ ਪੰਜਾਬ ਤੋਂ ਬਾਹਰ ਹੋਣਗੇ ਉਹ ਜਨਰਲ ਅਨਰਿਜ਼ਰਵਡ ਕੈਟਾਗਰੀ ਦੇ ਵਿੱਚ ਲੜਨਗੇ, ਠੀਕ ਹੈ। ਇਹ ਚੀਜ਼ ਦਾ ਧਿਆਨ ਰੱਖਿਓ। ਹੁਣ ਜੇ ਕੋਈ ਰਾਖਵਾਂ ਕਰਨ ਲੈਣਾ ਹੈ ਤਾਂ ਤੁਹਾਡੇ ਕੋਲੇ ਪੰਜਾਬ ਡੋਮਿਸਾਈਲ ਹੋਣਾ ਜ਼ਰੂਰੀ ਆ। ਡੋਮਿਸਾਈਲ ਕੀ ਹੁੰਦਾ? ਰੈਜ਼ੀਡੈਂਟ ਸਰਟੀਫਿਕੇਟ ਤੁਹਾਡਾ, ਤੇ 5 ਸਾਲ ਤੋਂ ਪੁਰਾਣਾ ਨਾ ਹੋਵੇ, ਠੀਕ ਹੈ। ਡੋਮਿਸਾਈਲ ਕਿਉਂ 5 ਸਾਲ ਤੋਂ ਪੁਰਾਣਾ ਨਾ ਹੋਵੇ? ਕਿਉਂਕਿ ਬੰਦਾ ਐਡਰੈਸ ਆਪਣਾ ਚੇਂਜ ਕਰ ਸਕਦਾ ਨਾ, ਕਾਸਟ ਤਾਂ ਚੇਂਜ ਨਹੀਂ ਕਰ ਸਕਦਾ। ਹੁਣ ਕਈ ਬੱਚੇ ਪੁੱਛਦੇ ਸਰ ਜੀ ਕਾਸਟ ਸਰਟੀਫਿਕੇਟ ਕਿੰਨੇ ਸਾਲ ਪੁਰਾਣਾ ਹੋਵੇ? ਉਹ ਜਿੰਨੇ ਸਾਲ ਮਰਜ਼ੀ ਪੁਰਾਣਾ ਹੋਵੇ, ਉਹਦਾ ਕੋਈ ਚੱਕਰ ਨਹੀਂ ਹੁੰਦਾ, ਠੀਕ ਹੈ। ਪਰ ਜਿਹੜਾ ਡੋਮਿਸਾਈਲ ਹੈਗਾ ਉਹ 5 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਉਹਦਾ ਕਾਰਨ ਨਹੀਂ ਹੁੰਦਾ ਕਿ ਬੰਦਾ ਮਤਲਬ ਕਿ ਐਡਰੈਸ ਚੇਂਜ ਕਰ ਸਕਦਾ, ਲੇਕਿਨ ਕਾਸਟ ਤਾਂ ਨਹੀਂ ਨਾ ਚੇਂਜ ਕਰ ਸਕਦਾ। ਤਾਂ ਆਪਦਾ ਡੋਮਿਸਾਈਲ ਧਿਆਨ ਨਾਲ ਰੱਖਿਓ ਵੀ 5 ਸਾਲ ਤੋਂ ਪੁਰਾਣਾ ਨਾ ਹੋਵੇ, ਕਿਉਂਕਿ ਇਹ ਅਪਲੋਡ ਹੋਣਾ ਤੁਹਾਡੇ ਫਾਰਮ ਦੇ ਵਿੱਚ। ਅੱਗੇ ਆਪਾਂ ਗੱਲ ਕਰੀਏ ਬੇਟਾ, ਇੱਕ ਹੋਰ ਗੱਲ, ਜਿਹੜੇ ਐਕਸ ਸਰਵਿਸਮੈਨ ਹੈਗੇ ਆ ਉਹਨਾਂ ਵਾਸਤੇ ਇੱਕ ਛੋਟਾ ਜਿਹਾ ਹੈਗੀ ਆ ਲਾਈਨ ਐਡ ਕੀਤੀ ਹੈ ਵੀ ਐਕਸ ਸਰਵਿਸਮੈਨ ਜਨਰਲ ਤੇ ਐਕਸ ਸਰਵਿਸਮੈਨ SC ਦੀਆਂ ਜਿਹੜੀਆਂ ਅਸਾਮੀਆਂ ਹੈਗੀਆਂ ਉਹ ਐਕਸ ਸਰਵਿਸਮੈਨ ਸੈਲਫ ਦੇ ਵਿੱਚੋਂ ਹੀ ਭਰੀਆਂ ਜਾਣਗੀਆਂ। ਜੇ ਸੈਲਫ ਵਾਲੇ ਬੰਦੇ ਪੂਰੇ ਨਹੀਂ ਹੁੰਦੇ ਤਾਂ ਇਹ ਡਿਪੈਂਡੈਂਟ ਨੂੰ ਦਿੱਤੀਆਂ ਜਾਣਗੀਆਂ, ਠੀਕ ਹੈ ਜੀ। ਕਹਿੰਦੇ ਲਿਖਿਆ ਹੋਇਆ ਹੈ ਕਿ ਐਕਸ ਸਰਵਿਸਮੈਨ ਸੈਲਫ ਉਮੀਦਵਾਰ ਉਪਲਬਧ ਨਾ ਹੋਣ ਦੀ ਸਥਿਤੀ ਦੇ ਵਿੱਚ ਇਹ ਅਸਾਮੀਆਂ ਐਕਸ ਸਰਵਿਸਮੈਨ ਡਿਪੈਂਡੈਂਟ ਨੂੰ ਭਰੀਆਂ ਜਾਣਗੀਆਂ। ਤਾਂ ਕਲੀਅਰ ਹੈ ਜੀ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਉਮਰ ਹੱਦ ਦੀ, ਉਮਰ ਹੱਦ ਬੇਟਾ ਘੱਟੋ ਘੱਟ 18 ਸਾਲ ਤੇ ਵੱਧ ਤੋਂ ਵੱਧ 37 ਸਾਲ। ਕੈਲਕੂਲੇਟ ਕਿਵੇਂ ਕਰਨੀ ਆ? 1/1/2023। ਤਾਂ ਤੁਸੀਂ ਗੂਗਲ ਤੇ ਜਾ ਕੇ ਏਜ ਕੈਲਕੂਲੇਟਰ ਲਿਖੋਗੇ ਤਾਂ ਉੱਥੋਂ ਆਟੋਮੈਟਿਕਲੀ ਤੁਹਾਡਾ ਡੇਟ ਆਫ ਬਰਥ ਪੁੱਛ ਲੂਗਾ ਤੇ ਦੂਜੀ ਡੇਟ ਪੁੱਛੂਗਾ ਆਹ, ਤਾਂ ਤੁਹਾਡਾ ਉੱਥੇ ਨਿਕਲ ਕੇ ਆ ਜਾਊਗਾ ਕਿੰਨੇ ਮਹੀਨੇ, ਕਿੰਨੇ ਦਿਨ, ਕਿੰਨੇ ਸੈਕਿੰਡ, ਕਿੰਨੇ ਘੰਟੇ, ਸਭ ਕੁਝ ਆ ਜਾਂਦਾ ਹੁੰਦਾ ਭਾਈ। ਜਿਹੜੇ ਮੈਨੂੰ ਪੁੱਛਦੇ ਸਰ ਸਾਡੀ ਕੈਲਕੂਲੇਟ ਕਰ ਦਿਓ ਏਜ, ਉਹ ਆਪਣੇ ਆਪ ਮੱਥਾ ਮਾਰ ਲਿਓ, ਗੂਗਲ ਤੇ ਜਾ ਕੇ ਏਜ ਕੈਲਕੂਲੇਟਰ ਲਿਖ ਲਿਓ। ਤਾਂ 18 ਸਾਲ ਤੋਂ ਘੱਟ ਨਾ ਹੋਵੇ ਤੇ 37 ਸਾਲ ਤੋਂ ਵੱਧ ਨਾ ਹੋਵੇ, ਜਨਰਲ ਕੈਟਾਗਰੀ। ਇਸ ਤੋਂ ਇਲਾਵਾ ਜਿਹੜੇ ਆਪਣੇ SC ਜਾਂ ST ਜਾਂ BC ਵਾਲੇ ਹੈਗੇ ਆ ਉਹਨਾਂ ਨੂੰ 5 ਸਾਲ ਵੱਧ ਮਿਲਦੇ ਆ। ਤਾਂ 18 + 37 + 5 42, ਤਾਂ ਮੈਕਸਿਮਮ 42 ਸਾਲ।
ਤੇ ਜਿਹੜੇ ਆਪਣੇ ਗਵਰਨਮੈਂਟ EMPLOYE ਹੈਗੇ ਆ, ਚਾਹੇ ਸਟੇਟ ਦੇ ਆ ਚਾਹੇ ਸੈਂਟਰ ਦੇ ਆ, ਉਹਨਾਂ ਦੀ 45 ਸਾਲ। ਤਾਂ ਕਹਿਣ ਦਾ ਮਤਲਬ ਉਮਰ ਹੱਦ ਹੈਗੀ 18 ਤੋਂ 37 ਸਾਲ। 5 ਸਾਲ ਤੁਸੀਂ ਵਧਾ ਲੈਣੇ ਆ SC ST BC ਵਾਲਿਆਂ ਨੇ, ਤੇ 10 ਸਾਲ ਵਧਾ ਲੈਣੇ, ਮਤਲਬ 37 ਤੋਂ ਬਾਅਦ ਅਗਲੇ ਸਾਲ ਵਧਾ ਲੈਣੇ ਤੁਸੀਂ, 45 ਸਾਲ ਹੋ ਜੂਗੀ ਤੁਹਾਡੀ ਗਵਰਨਮੈਂਟ EMPLOYE ਦੀ। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਇਸ ਤੋਂ ਬਾਅਦ ਆ ਗਈ ਜੀ ਫੀਸ। ਠੀਕ ਹੈ ਜੀ, ਤਾਂ ਫੀਸ ਕਹਿੰਦੇ ਜੀ 1000 ਰੁਪਈਆ ਜਨਰਲ ਕੈਟਾਗਰੀ ਵਾਲਿਆਂ ਦੀ ਹੈ, ਤੇ 250 ਰੁਪਈਆ SC BC ਵਾਲਿਆਂ ਦੀ, ਸਾਬਕਾ ਫੌਜੀ ਵਾਲਿਆਂ ਦੀ 200 ਰੁਪਏ ਆ, ਤੇ ਜਿਹੜੇ ਦਿਵਿਆਂਗ ਆ ਜਾਣੀ ਕਿ ਹੈਂਡੀਕੈਪਟ ਉਹਨਾਂ ਦੀ 500 ਰੁਪਏ ਹੈ। ਤੇ ਕਹਿੰਦੇ ਜੀ ਗੰਗਾ ਗਈਆਂ ਹੱਡੀਆਂ ਵਾਪਸ ਨਹੀਂ ਆਉਂਦੀਆਂ, ਤੇ ਉਮੀਦਵਾਰ ਦੁਆਰਾ ਭਰੀ ਗਈ ਫੀਸ ਕਿਸੇ ਵੀ ਹਾਲਾਤ ਦੇ ਵਿੱਚ ਵਾਪਸ ਨਹੀਂ ਕੀਤੀ ਜਾਊਗੀ। ਤਾਂ ਇਹ ਧਿਆਨ ਰੱਖ ਲਿਓ ਭਾਈ, ਫੀਸ ਨਹੀਂ ਵਾਪਸ ਹੋਣੀ। ਅੱਗੇ ਗੱਲ ਕਰਦੇ ਹਾਂ ਜੀ ਚੋਣ ਵਿਧੀ। ਤਾਂ ਕਈ ਬੱਚੇ ਪੁੱਛੀ ਜਾਂਦੇ ਟਾਈਪਿੰਗ ਟੈਸਟ ਨਹੀਂ ਹੋਊਗਾ। ਭਾਈ ਟਾਈਪਿੰਗ ਟੈਸਟ ਨਹੀਂ ਹੁੰਦਾ, ਮੈਂ ਪਹਿਲਾਂ ਵੀ ਕਿਹਾ ਸੀਗਾ, ਅੱਜ ਤੋਂ 2 ਮਹੀਨੇ ਤੇ 2.5 ਮਹੀਨੇ ਪਹਿਲਾਂ ਗਿਆ ਸੀ, ਟਾਈਪਿੰਗ ਟੈਸਟ ਨਹੀਂ ਹੁੰਦਾ ਤੁਹਾਡਾ। ਤਾਂ ਕਹਿੰਦਾ ਜੀ ਜਿਹੜੇ ਬੱਚਿਆਂ ਨੇ ਸਫਲਤਾਪੂਰਵਕ ਫਾਰਮ ਭਰ ਦਿੱਤੇ ਜਾਣਗੇ ਤਾਂ ਉਹਨਾਂ ਦਾ ਪੇਪਰ ਹੋਊਗਾ ਜੀ ਮਲਟੀਪਲ ਚੁਆਇਸ ਕੁਐਸਚਨ, ਜਾਣੀ ਕਿ MCQ ਬੇਸਡ ਪੇਪਰ ਹੋਊਗਾ। ਹੁਣ ਪੇਪਰ 1 ਹੋਊਗਾ ਕਿ 2 ਹੋਊਗਾ, ਮੈਨੂੰ ਲੱਗਦਾ ਪੇਪਰ ਇਸ ਵਾਰੀ 1 ਹੋਊਗਾ। ਬਾਕੀ ਇਹ ਤੇ ਕਲੈਰਿਟੀ ਮੈਂ ਦੇ ਦੂੰਗਾ ਪਤਾ ਕਰਕੇ, ਵੈਸੇ ਮੇਰੇ ਹਿਸਾਬ ਨਾਲ 1 ਹੀ ਹੋਊਗਾ ਪੇਪਰ। ਉਸ ਤੋਂ ਬਾਅਦ ਕਹਿੰਦਾ ਜੀ ਕਾਮਨ ਮੈਰਿਟ ਤਿਆਰ ਹੋਊਗੀ, ਜਿਹੜੇ ਅੰਕ ਆਪਾਂ ਪ੍ਰਾਪਤ ਕਰਾਂਗੇ ਪੇਪਰ ਵਿੱਚੋਂ ਉਹਦੇ ਆਧਾਰ ਤੇ ਹੀ ਮੈਰਿਟ ਤਿਆਰ ਹੋਊਗੀ। ਠੀਕ ਹੈ ਜੀ, ਤਾਂ ਕਹਿੰਦਾ ਜੀ MCQ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਬੋਰਡ ਵੱਲੋਂ ਲਏ ਗਏ ਫੈਸਲੇ ਅਨੁਸਾਰ ਉਮੀਦਵਾਰ ਦੇ ਹਰ ਦਸਤਾਵੇਜ਼ ਦੀ ਪੜਤਾਲ ਹੋਊਗੀ, ਵੈਰੀਫਿਕੇਸ਼ਨ ਹੋਊਗੀ, ਕਾਉਂਸਲਿੰਗ ਲਈ ਬੁਲਾਇਆ ਜਾਊਗਾ। ਤਾਂ ਕਹਿਣ ਦਾ ਮਤਲਬ ਕਾਉਂਸਲਿੰਗ ਦੇ ਦੌਰਾਨ ਜਾਂ ਭਰਤੀ ਦੇ ਦੌਰਾਨ ਕਿਸੇ ਦੌਰਾਨ ਵੀ ਪੋਸਟਾਂ ਘਟਾਈਆਂ ਵਧਾਈਆਂ ਜਾ ਸਕਦੀਆਂ ਭਾਈ, ਇਹ ਉਹਨਾਂ ਦੀ ਹੱਥ ਵਿੱਚ ਹੈਗਾ, ਵਧਾਈਆਂ ਵੀ ਜਾ ਸਕਦੀਆਂ ਘਟਾਈਆਂ ਵੀ ਜਾ ਸਕਦੀਆਂ। ਇਸ ਤੋਂ ਇਲਾਵਾ ਹੁਣ ਜਿਹੜੀ ਮੇਨ ਖਾਸ ਗੱਲ ਹੈਗੀ ਹੈ ਵੀ ਕਿਹੜੇ ਕਾਰਨਾਂ ਕਰਕੇ ਤੁਹਾਡਾ ਫਾਰਮ ਰੱਦ ਕਰ ਦਿੱਤਾ ਜਾ ਸਕਦਾ ਹੈ। ਤਾਂ ਪਹਿਲਾਂ ਵੀ ਪੂਰੀ ਫੀਸ, ਹੁਣ ਕਈ ਬੱਚੇ ਕੀ ਕਰਦੇ ਆ, ਸਾਈਬਰ ਕੈਫੇ ਵਾਲਿਆਂ ਨੂੰ ਕਹਿ ਦਿੰਦੇ ਫੀਸ ਭਰ ਦਿਓ ਮੈਂ ਚੱਲਿਆ, ਉਹ ਪਤੰਦਰ ਕਈ ਵਾਰੀ ਭਰ ਵੀ ਦਿੰਦੇ ਆ, ਕਈ ਵਾਰੀ ਨਹੀਂ ਵੀ ਭਰਦੇ। ਤਾਂ ਫੀਸ ਭਰਾ ਕੇ ਆਪਣਾ ਭਾਈ ਪ੍ਰਿੰਟ ਆਊਟ ਕਢਵਾ ਕੇ ਆਪਦੇ ਕੋਲੇ ਰੱਖ ਕੇ ਫੇਰ ਪੜ੍ਹਨਾ ਸਟਾਰਟ ਕਰਿਓ। ਠੀਕ ਹੈ, ਪਹਿਲਾ ਸਟੈਪ ਹੀ ਨਹੀਂ ਤੁਹਾਡਾ ਕਲੀਅਰ ਹੋਇਆ, ਫਾਰਮ ਹੀ ਨਹੀਂ ਸਹੀ ਭਰਿਆ, ਫਿਰ ਪੜ੍ਹ ਕੇ ਵੀ ਕੀ ਕਰੋਗੇ। ਤਾਂ ਪੂਰੀ ਫੀਸ ਜਮ੍ਹਾਂ ਨਾ ਹੋਣ ਦੀ ਸਥਿਤੀ ਦੇ ਵਿੱਚ ਕੀ ਹੋ ਜਾਊਗਾ, ਤੁਹਾਡਾ ਫਾਰਮ ਰੱਦ ਹੋ ਜਾਊਗਾ। ਅਧੂਰੀ ਜਾਣਕਾਰੀ ਜਾਂ ਗਲਤੀ, ਠੀਕ ਹੈ, ਇਹ ਵੀ ਤੁਹਾਡੀ ਕੀ ਹੈ ਫਾਰਮ ਰੱਦ ਹੋ ਸਕਦਾ ਹੈ, ਮੁਕੰਮਲ ਜਾਣਕਾਰੀ ਨਾਲ ਤੁਸੀਂ ਭਰੀ। ਠੀਕ ਹੈ ਜੀ, ਇਸ ਤੋਂ ਇਲਾਵਾ ਕਹਿੰਦਾ ਜੀ ਵਿਦਿਅਕ ਯੋਗਤਾ ਅਗਰ ਤੁਹਾਡੀ ਸਹੀ ਨਹੀਂ ਹੈਗੀ, ਉਮਰ ਹੱਦ ਸਹੀ ਨਹੀਂ ਹੈਗੀ, ਰਾਖਵਾਂਕਰਨ ਸਹੀ ਨਹੀਂ ਹੈਗਾ, ਤਾਂ ਵੀ ਫਾਰਮ ਰੱਦ ਹੋ ਜਾਊਗਾ। ਇਸ ਤੋਂ ਇਲਾਵਾ ਕਹਿੰਦਾ ਜੀ ਆਨਲਾਈਨ ਬਿਨੇਕਰਨ ਦੀ ਪ੍ਰਕਿਰਿਆ, ਕਹਿੰਦਾ ਮਤਲਬ ਸਿਰਫ ਆਨਲਾਈਨ ਫਾਰਮ PTPLS ਬੋਰਡ ਦੀ ਵੈਬਸਾਈਟ ਤੇ ਭਰਿਆ ਜਾਊਗਾ। ਜੇ ਕਿਤੇ ਇੱਧਰ ਉੱਧਰ ਭਰਦੇ ਆ ਤਾਂ ਕਈ ਬੱਚਿਆਂ ਨੂੰ ਨਹੀਂ ਪਤਾ ਹੁੰਦਾ, ਤਾਂ ਇਸ ਤਰ੍ਹਾਂ ਨਹੀਂ ਹੈਗਾ ਵੀ ਕਿਤੇ ਹੋਰ ਭਰ ਦਿਓ, ਜਿੱਥੇ ਫਾਰਮ ਕਿਹਾ ਗਿਆ ਉੱਥੇ ਭਰ ਕੇ ਤੇ ਉੱਥੇ ਫੀਸ ਜਮ੍ਹਾਂ ਕਰਾਉਣੀ ਹੈ। ਜਾਂ ਫਿਰ ਕੋਈ ਤਕਨੀਕੀ ਕਾਰਨਾਂ ਕਰਕੇ ਤੁਹਾਡੀ ਫੀਸ ਸਫਲਤਾਪੂਰਵਕ ਨਹੀਂ ਜਮ੍ਹਾਂ ਹੁੰਦੀ, ਫੀਸ ਕਈ ਵਾਰੀ ਫੇਲਡ ਹੋ ਜਾਂਦੀ ਹੈ, ਤੁਹਾਡੇ ਬੈਂਕ 'ਚ ਵਾਪਸ ਆ ਜਾਂਦੀ ਹੈ, ਤਾਂ ਉੱਥੇ ਤੁਸੀਂ ਚੈੱਕ ਕਰਨਾ ਭਾਈ ਸਕਸੈਸਫੁਲ ਲਿਖਿਆ ਆਇਆ ਜਾਂ ਨਹੀਂ ਆਇਆ। ਤਾਂ ਇੱਕ ਇਹ ਚੀਜ਼ ਦਾ ਧਿਆਨ ਤੁਸੀਂ ਆਪ ਰੱਖਣਾ ਹੈ। ਠੀਕ ਹੈ, ਇਸ ਤੋਂ ਇਲਾਵਾ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਦਾ। ਇੱਕ ਤਾਂ ਇਹ ਚੀਜ਼ ਵੀ ਇਹਨਾਂ ਨੇ ਇਸ ਵਾਰੀ ਕਲੀਅਰ ਕਰਤੀ, ਜਿਹੜੀ ਤੁਹਾਡੀ ਡਿਗਰੀ ਹੈਗੀ ਜਿਹਦੇ ਬੇਸ ਤੇ ਤੁਸੀਂ ਫਾਰਮ ਭਰ ਰਹੇ ਹੋ, ਉਹ UGC ਦੁਆਰਾ ਜਿਹੜੀਆਂ ਹਦਾਇਤਾਂ ਜਾਰੀ ਹੁੰਦੀਆਂ। ਹੁਣ UGC ਕੀ ਕਰਦਾ, ਕਈ ਵਾਰੀ ਦੱਸ ਦਿੰਦਾ ਵੀ ਆਹ ਯੂਨੀਵਰਸਿਟੀ ਕੀ ਹੈ ਬਲੈਕ ਲਿਸਟ ਦੇ ਵਿੱਚ ਪਾਈ ਗਈ ਹੈ, ਤਾਂ ਤੁਹਾਡੀ ਜਿਹੜੀ ਯੂਨੀਵਰਸਿਟੀ ਬਲੈਕ ਲਿਸਟ ਦੇ ਵਿੱਚ ਨਹੀਂ ਹੋਣੀ ਚਾਹੀਦੀ ਜਿੱਥੇ ਤੁਸੀਂ ਡਿਗਰੀ ਕੀਤੀ ਹੈ, ਤੇ ਇਸ ਚੀਜ਼ ਦਾ ਧਿਆਨ ਰੱਖਣਾ। ਤਾਂ ਕਹਿੰਦਾ ਜੀ ਇਸ ਤੋਂ ਇਲਾਵਾ ਕਹਿੰਦਾ ਜੀ ਆਪਣੀ 10ਵੀਂ ਪੱਧਰ ਦੀ ਪੰਜਾਬੀ ਪਾਸ ਹੋਣੀ ਜ਼ਰੂਰੀ ਹੈ। ਇਸ ਤੋਂ ਇਲਾਵਾ ਕਹਿੰਦਾ ਜੀ ਮੁੱਢਲੀ ਤਨਖਾਹ ਦੇ ਜਿਹੜੇ ਭੱਤੇ ਹੈਗੇ ਆ ਉਹ ਅਕੋਰਡਿੰਗ ਟੂ ਡਿਪਾਰਟਮੈਂਟ ਮਿਲਣਗੇ। ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਪਿੱਛੇ, ਅਸਾਮੀਆਂ ਘਟਾਈਆਂ ਵਧਾਈਆਂ ਜਾ ਸਕਦੀਆਂ, ਇਹਨਾਂ ਦੀ ਮਰਜ਼ੀ ਹੈ। ਤਾਂ ਰਾਖਵਾਂਕਰਨ ਵੀ ਪੰਜਾਬ ਦੇ ਜਿਹੜੇ ਰੂਲ ਹੈਗੇ ਆ ਉਹਦੇ ਅਨੁਸਾਰ ਹੀ ਮਿਲੂਗਾ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ, ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕਰਨ ਜਾ ਰਿਹਾ, ਜਿਹੜੀਆਂ ਇਹ ਫਾਰਮ ਹੈਗਾ ਸਿਰਫ ਆਨਲਾਈਨ ਹੀ ਅਪਲਾਈ ਕਰ ਸਕਦੇ ਆ ਬੇਟੇ, ਆਨਲਾਈਨ ਹੀ ਕਰਨਾ, ਆਫਲਾਈਨ ਨਹੀਂ ਕਰਨਾਗਾ। ਤਾਂ ਆਨਲਾਈਨ ਫਾਰਮ ਭਰਦੇ ਸਮੇਂ ਅਗਰ ਕੋਈ ਗਲਤੀ ਹੁੰਦੀ ਹੈ ਬੇਟੇ, ਉਹਦੀ ਜ਼ਿੰਮੇਵਾਰੀ ਬੋਰਡ ਦੀ ਨਹੀਂ ਹੈਗੀ, ਤੁਹਾਡੀ ਹੈਗੀ ਹੈ। ਤਾਂ ਮੈਂ ਪਹਿਲੇ ਦਿਨ ਤੋਂ ਪਿੱਟਦਾ ਆ ਰਿਹਾ ਵੀ ਫਾਰਮ ਆਪ ਭਰਿਆ ਕਰੋ, ਆਪ ਭਰਿਆ ਕਰੋ। ਜੇ ਕਿਸੇ ਸਾਈਬਰ ਕੈਫੇ ਤੇ ਭਰਾਉਣੇ ਆ ਤਾਂ ਕੋਲੇ ਬੈਠ ਕੇ ਭਰਾ ਲਓ। ਤੇ ਇਹਨਾਂ ਨੇ ਵੀ ਐਤਕੀ ਕਹਿਤਾ, ਪਿਛਲੀ ਵਾਰੀ ਇਹਨਾਂ ਦੇ ਧਿਆਨ 'ਚ ਲਿਆਂਦਾ ਸੀ ਮੈਂ, ਤੇ ਇਹਨਾਂ ਨੇ ਕਹਿ ਵੀ ਦਿੱਤਾ, ਕਹਿੰਦਾ ਜੀ ਉਮੀਦਵਾਰ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਸਾਮੀਆਂ ਲਈ ਖੁਦ ਫਾਰਮ ਭਰਨ, ਅਪਲਾਈ ਕਰਨ। ਜੇ ਕਿਸੇ ਹੋਰ ਵਿਅਕਤੀ ਤੋਂ ਮਦਦ ਲੈਂਦੇ ਆ, ਸਾਈਬਰ ਕੈਫੇ ਦੀ ਮਦਦ ਲੈਂਦੇ ਆ, ਤਾਂ ਕੋਈ ਗਲਤੀ ਹੁੰਦੀ ਹੈ ਭਾਈ ਉਹਦੇ ਵਿੱਚ ਕੋਈ ਸੋਧ ਨਹੀਂ ਹੋਊਗੀ। ਠੀਕ ਹੈ, ਉਹਦੇ ਵਿੱਚ ਇੱਕ ਵਾਰੀ ਜੋ ਫਾਰਮ ਭਰਤਾ ਤੁਹਾਡਾ ਉਹੀ ਰਹਿਣਾ, ਤਾਂ ਧਿਆਨ ਦੇ ਨਾਲ ਫਾਰਮ ਭਰ ਲਿਓ। ਤਾਂ ਲਾਸਟ ਦੇ ਵਿੱਚ ਤੁਹਾਨੂੰ ਮੈਂ ਦੱਸਦਾ ਅੱਗੇ ਅਧੂਰਾ ਫਾਰਮ ਭਰਨਾ, ਠੀਕ ਹੈ, ਜਾਂ ਗਲਤ ਫੀਸ ਭਰਤੀ, ਜਾਂ ਗਲਤ ਦਸਤਾਵੇਜ਼ ਅਪਲੋਡ ਕਰਤਾ ਜਾਂ ਨਹੀਂ ਅਪਲੋਡ ਕੀਤਾ, ਉਹਦੇ ਕਰਕੇ ਤੁਹਾਡਾ ਕੀ ਹੈ ਜੀ ਫਾਰਮ ਰਿਜੈਕਟ ਹੋ ਸਕਦਾ ਹੈ। ਤਾਂ ਕਲੀਅਰ ਕਰ ਲਿਓ। ਇਸ ਤੋਂ ਇਲਾਵਾ ਕਹਿੰਦਾ ਜੀ ਐਡਮਿਟ ਕਾਰਡ ਵਗੈਰਾ ਅੱਗੇ ਜਾ ਕੇ, ਜਾਂ ਇਹਦਾ ਸਿਲੇਬਸ ਹੋ ਗਿਆ, ਇਹ ਵੈਬਸਾਈਟ 'ਤੇ ਆਉਂਦਾ ਰਹੂਗਾ, ਇਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣਗੇ, ਜਾਂ ਆਪਾਂ ਵੀ ਸ਼ੇਅਰ ਕਰ ਦਾਂਗੇ ਜਦੋਂ ਇਹ ਆਊਗਾ। ਬਾਕੀ ਐਂਡ ਦੇ ਵਿੱਚ ਤੁਹਾਨੂੰ ਮੈਂ ਸਿਲੇਬਸ ਦੱਸ ਕੇ ਜਾਊਂਗਾ, ਪਿਛਲੀ ਵਾਰੀ ਸਿਲੇਬਸ ਕੀ ਸੀਗਾ ਤੇ ਇਸ ਵਾਰੀ ਕੀ ਹੋ ਸਕਦਾ ਹੈ। ਇਸ ਤੋਂ ਬਾਅਦ ਕਹਿੰਦਾ ਜੀ ਸ਼੍ਰੇਣੀ ਕੋਡ ਨੂੰ ਧਿਆਨ ਦੇ ਵਿੱਚ ਭਰਨਾ ਬੇਟੇ, ਜਿਹੜਾ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ, ਕੈਟਾਗਰੀ ਕੋਡ ਤੇ ਕੈਟਾਗਰੀ ਧਿਆਨ ਦੇ ਨਾਲ ਭਰਨੀ ਹੈ। ਠੀਕ ਹੈ ਜੀ, ਤਾਂ ਕਲੀਅਰ ਹੈ ਜੀ। ਜੇ ਤੁਹਾਡਾ ਫਾਰਮ ਗਲਤ ਹੋ ਜਾਂਦਾ ਤਾਂ ਤੁਸੀਂ ਆਬਜੈਕਟਿਵ ਟਾਈਪ ਜਿਹੜੀ ਲਿਖਤੀ ਪ੍ਰੀਖਿਆ ਹੋਣੀ ਆ ਉਹਦੇ ਵਿੱਚ ਨਹੀਂ ਬੈਠ ਸਕਦੇ।
ਇਸ ਤੋਂ ਬਾਅਦ ਇਹਨਾਂ ਨੇ ਇੱਕ ਗੱਲ ਹੋਰ ਕਲੀਅਰ ਕਰਤੀ ਹੈ ਵੀ ਜੇ ਤੁਹਾਡਾ ਮੈਰਿਟ ਦੇ ਵਿੱਚ ਨਾਮ ਆ ਜਾਂਦਾ ਤਾਂ ਮਤਲਬ ਇਹ ਨਹੀਂ ਤੁਸੀਂ ਸਿਲੈਕਟ ਹੋ ਗਏ। ਤੁਹਾਡੇ ਜਿੰਨ ਤੱਕ ਡਾਕੂਮੈਂਟ ਚੈੱਕ ਨਹੀਂ ਹੁੰਦੇ ਕਾਉਂਸਲਿੰਗ ਤੋਂ ਬਾਅਦ, ਜਾਂ ਤੁਹਾਡੀ ਉਮਰ ਦਰ ਨਹੀਂ ਚੈੱਕ ਹੁੰਦੀ, ਜਾਂ ਸਾਰਾ ਕੁਝ ਤੁਹਾਡਾ ਚੈੱਕ ਨਹੀਂ ਹੁੰਦਾ, ਤਦ ਤੱਕ ਤੁਸੀਂ ਫਾਈਨਲ ਸਿਲੈਕਸ਼ਨ ਵਾਸਤੇ ਐਲੀਜੀਬਲ ਨਹੀਂ ਹੈਗੇ। ਠੀਕ ਹੈ, ਕਈ ਬੰਦੇ ਕਹਿ ਦਿੰਦੇ ਅਸੀਂ ਵੀ ਮੈਰਿਟ 'ਚ ਆ ਗਏ ਬਸ ਅਸੀਂ ਸਿਲੈਕਟ ਹਾਂ। ਠੀਕ ਹੈ, ਕਹਿਣ ਦਾ ਭਾਵ। ਤਾਂ ਇਸ ਤੋਂ ਇਲਾਵਾ ਲਾਸਟ ਦੇ ਵਿੱਚ ਇੱਕ ਚੀਜ਼ ਦੱਸ ਦਿੰਦਾ, ਵੈਸੇ ਪਤੰਦਰ ਨਾ ਤਾਂ ਰਿਪਲਾਈ ਕਰਦੇ ਨਾ ਫੋਨ ਚੱਕਦੇ, ਪਰ ਫਿਰ ਵੀ ਇਹਨਾਂ ਨੇ ਕਿਹਾ ਵੀ ਜੇ ਕੋਈ ਔਂਕੜ ਆਉਂਦੀ ਹੈ ਤੁਹਾਨੂੰ ਤਾਂ ਤੁਸੀਂ ਇਸ ਤੇ ਮੇਲ ਕਰ ਸਕਦੇ ਹੋ ਤੇ ਇਸ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਪਰ ਮੈਨੂੰ ਪਤਾ ਸਾਰਿਆਂ ਨੇ ਸੰਪਰਕ ਤਾਂ ਮੇਰੇ ਨਾਲ ਹੀ ਕਰਨਾ ਹੈ। ਠੀਕ ਹੈ, ਤਾਂ ਚੱਲਦੇ ਹਾਂ ਜੀ ਸਿਲੇਬਸ ਵੱਲ ਵੱਧਦੇ ਹਾਂ। ਇਹ ਸੀਗੀਆਂ ਗੱਲਾਂ ਬਾਤਾਂ। ਬਾਕੀ ਨੋਟੀਫਿਕੇਸ਼ਨ ਆਪਣੇ ਆਪ ਇੱਕ ਵਾਰੀ ਠੰਡੇ ਦਿਮਾਗ ਨਾਲ ਪੜ੍ਹਿਓ। ਨੋਟੀਫਿਕੇਸ਼ਨ ਪੜ੍ਹਨਾ ਬਹੁਤ ਜ਼ਰੂਰੀ ਹੁੰਦਾ ਹੈ। ਨੋਟੀਫਿਕੇਸ਼ਨ ਸਾਰਾ ਸ਼ੇਅਰ ਕਰ ਦੂੰਗਾ ਮੈਂ, ਜਿਹੜੀ ਵੀਡੀਓ ਚੱਲ ਰਹੀ ਹੈ ਥੱਲੇ ਮੈਂ ਪਾ ਦੂੰਗਾ, ਇੱਥੋਂ ਡਾਊਨਲੋਡ ਕਰ ਲਿਓ, ਜਾਂ PEET ਬੋਰਡ ਦੀ ਵੈਬਸਾਈਟ ਤੋਂ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਹੁਣ ਪਿਛਲੀ ਵਾਰੀ ਪੇਪਰ ਹੋਇਆ ਸੀ ਬੇਟੇ 120 ਨੰਬਰ ਦਾ, 2 ਪੇਪਰ ਹੋਏ ਸੀਗੇ, ਤੇ ਇਸ ਵਾਰੀ ਮੈਨੂੰ ਲੱਗਦਾ ਪੇਪਰ 1 ਹੀ ਹੋਊਗਾ। ਸਿਲੇਬਸ ਸੇਮ ਸੀਗਾ, ਸਿਰਫ ਲੈਵਲ ਦਾ ਫਰਕ ਸੀਗਾ, ਪੇਪਰ ਦੋਵਾਂ ਦਾ ਸਿਲੇਬਸ ਸੇਮ ਸੀਗਾ। ਹੁਣ ਪਹਿਲੀ ਗੱਲ ਤਾਂ ਇਹ ਆ ਵੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਮੈਂ ਪੂਰੇ ਦਾ ਪੂਰਾ ਇੱਕ ਕੋਰਸ ਲਾਂਚ ਕਰ ਦਿੱਤਾ ਜਾਵੇ। ਵਧੀਆ ਟੀਚਰਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਹੈ, ਤੁਹਾਨੂੰ ਵਧੀਆ ਕੰਟੈਂਟ ਪ੍ਰੋਵਾਈਡ ਕਰਨ ਵਾਸਤੇ ਹਮੇਸ਼ਾ ਮੇਰੀ ਪਹਿਲ ਹੁੰਦੀ ਹੈ। ਤਾਂ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਤੁਹਾਨੂੰ ਪੂਰੇ ਦਾ ਪੂਰਾ ਕੋਰਸ ਲਾਂਚ ਕਰ ਦਿੱਤਾ ਜਾਵੇ, ਪਰ ਉਹਦੇ ਵਾਸਤੇ ਮੈਂ ਹਜੇ ਕਮਿਟਮੈਂਟ ਨਹੀਂ ਕਰਦਾ। ਮੈਂ ਕੀ ਕਰਾਊਂਗਾ ਜਾਂ ਕੀ ਕਰਾਉਣਾ ਹੁੰਦਾ, ਪਿਛਲੀ ਵਾਰੀ ਮੇਰੇ ਪੜ੍ਹਾਈ 'ਚ ਕੀ ਆਇਆ ਸੀ ਤੁਸੀਂ ਚੈੱਕ ਕਰ ਸਕਦੇ ਹੋ, ਉਹ ਤੁਹਾਨੂੰ ਮੈਂ ਦੱਸ ਕੇ ਜਾਊਂਗਾ। ਹੁਣ ਇਹਦੇ ਵਿੱਚ 20 ਨੰਬਰ ਦੀ ਤਾਂ ਵੱਡੇ ਥੋੜੀ ਜਨਰਲ ਨੌਲੇਜ ਆਉਣੀ ਹੈ, ਉਹਦੇ ਵਿੱਚ ਪੰਜਾਬ ਦੀ ਜੀਕੇ ਤੇ ਇੰਡੀਅਨ ਜੀਕੇ ਆ ਜਾਊਗੀ ਸਾਰੀ। ਠੀਕ ਹੈ ਜੀ। 15 ਨੰਬਰ ਦੀ ਤੁਹਾਡਾ ਮੈਂਟਲ ਐਬਿਲਿਟੀ ਆਉਣੀ ਆ, ਯਾਨੀ ਕਿ ਰੀਜ਼ਨਿੰਗ ਆਉਣੀ ਤੁਹਾਡੀ 15 ਨੰਬਰ ਦੀ। ਇਸ ਤੋਂ ਬਾਅਦ 30 ਨੰਬਰ ਦਾ ਤੁਹਾਡਾ ਮੈਥ ਹੋਣਾ, ਉਹਦੇ ਵਿੱਚ ਸਪੈਸ਼ਲ ਮੈਂਸੂਰੇਸ਼ਨ ਹੁੰਦੀ ਹੈ, ਤਾਂ 30 ਨੰਬਰ ਦਾ ਮੈਥ ਹੋਣਾ ਹੈ। ਤੇ ਇਹਦੇ ਵਿੱਚ 20 ਨੰਬਰ ਦੀ ਅੰਗਰੇਜ਼ੀ ਤੇ ਪੰਜਾਬੀ, ਯਾਨੀ ਕਿ 10 ਨੰਬਰ ਦੀ ਅੰਗਰੇਜ਼ੀ 10 ਨੰਬਰ ਦੀ ਪੰਜਾਬੀ। ਤਾਂ ਇਹ ਤੋਂ ਸ਼ੁਰੂ ਹੁੰਦਾ ਆਪਣਾ ਕੰਮ। 10 ਨੰਬਰ ਜਿਹੜੀ ਪੰਜਾਬੀ ਆਉਣੀ ਆ ਬੇਟਾ, ਉਹਦੀ ਥਿਊਰੀ ਬਿਲਕੁਲ ਫ੍ਰੀ ਕਰਾਈ ਹੋਈ ਆ, ਤੁਸੀਂ ਜਾ ਕੇ YouTube ਚੈਨਲ ਤੇ ਦੇਖ ਲਿਓ, ਬਿਲਕੁਲ ਫ੍ਰੀ ਪੰਜਾਬੀ ਵਿਆਕਰਨ ਦੀ, ਉਹਦੇ MCQ ਵਗੈਰਾ ਪੇਡ ਤੁਹਾਨੂੰ ਮਿਲ ਜਾਣਗੇ। ਅੱਗੇ ਗੱਲ ਕਰਦੇ ਆ, ਦੇਖੋ ਹੁਣ ਮੈਂ ਦੇਖੋ ਕੰਪਿਊਟਰ 15 ਨੰਬਰ ਦਾ, 10 ਨੰਬਰ ਦੀ ਐਗਰੀਕਲਚਰ ਤੇ 10 ਨੰਬਰ ਦੀ ਪੰਜਾਬ ਐਂਡ ਹਿਸਟਰੀ ਕਲਚਰ ਤੇ 10 ਨੰਬਰ ਦੀ ਪੰਜਾਬੀ। ਇਹ ਮੇਰੇ ਹੱਥ ਦੇ ਵਿੱਚ ਹੈ, ਜੇ ਤੁਸੀਂ ਪੜ੍ਹ ਲਓਗੇ ਚਾਹੇ ਫ੍ਰੀ ਆਫ ਕਾਸਟ ਪੜ੍ਹ ਲਓ ਆਪਣੇ ਚੈਨਲ ਤੋਂ, ਤੁਹਾਡੇ ਲਗਭਗ ਵਧੀਆ ਨੰਬਰ ਆ ਜਾਣਗੇ। 10 ਤੇ 10 20 30 40 ਤੇ 45 ਨੰਬਰ ਤੁਸੀਂ ਆਰਾਮ ਨਾਲ ਸਿਕਿਉਰ ਕਰ ਸਕਦੇ ਹੋ ਆਪਣੇ। ਹੁਣ ਕੰਪਿਊਟਰ ਦੀ ਗੱਲ ਕਰਦੇ ਹਾਂ ਬੇਟੇ, ਕੰਪਿਊਟਰ ਪਿਛਲੀ ਵਾਰੀ 15 ਦੇ ਵਿੱਚੋਂ 14 ਕੁਐਸਚਨ ਡਾਇਰੈਕਟ ਆਪਣੇ ਚੈਨਲ ਤੋਂ ਆਏ ਹੋਏ ਹੈ। ਐਗਰੀਕਲਚਰ ਦੇ ਵਿੱਚ 8 ਕੁਐਸਚਨ ਡਾਇਰੈਕਟ ਆਏ ਹੋਏ ਹੈ। ਪੰਜਾਬ ਹਿਸਟਰੀ ਐਂਡ ਕਲਚਰ ਮੈਂ ਪਿਛਲੀ ਵਾਰੀ ਉਦੋਂ ਮੈਂ ਇੰਨਾ ਨਹੀਂ ਪੜਾਇਆ ਸੀਗਾ, ਪਰ ਫਿਰ ਵੀ ਮੇਰੇ ਕਿਰਾਇਆਂ 'ਚੋਂ ਆਇਆ ਹੋਇਆ। ਤਾਂ ਕਹਿਣ ਦਾ ਮਤਲਬ ਕੰਪਿਊਟਰ ਦੀ ਤਿਆਰੀ ਸਾਰੀ ਕਰਵਾਈ ਹੋਈ ਹੈ। ਇਹਦੇ ਕੀ ਹੁੰਦਾ ਜੀ, ਥਿਊਰੀ ਮੈਂ ਫ੍ਰੀ ਕਰਾਉਣਾ ਹੁੰਦਾ ਬੇਟੇ, MCQ ਪੇਡ 'ਚ ਮਿਲ ਜਾਂਦੇ ਹੈ। ਐਗਰੀਕਲਚਰ ਦੀ ਵੀ ਥਿਊਰੀ ਫ੍ਰੀ ਕਰਾਈ ਹੋਈ ਹੈ, ਪੰਜਾਬ ਜੀਕੇ ਦੀ ਵੀ ਫ੍ਰੀ ਕਰਾਈ ਹੈ, ਤਾਂ ਸਾਰਿਆਂ ਦੇ MCQ ਵਗੈਰਾ ਪੇਡ 'ਚ ਮਿਲਦੇ ਹੁੰਦੇ ਆ। ਤਾਂ ਕਲੀਅਰ ਹੈ ਬੇਟੇ, ਇਹਨਾਂ ਸਾਰਿਆਂ ਦੀ ਤੁਸੀਂ ਤਿਆਰੀ ਕਰ ਸਕਦੇ ਹੋ। ਤੇ ਕੰਪਿਊਟਰ ਵਧੀਆ ਲੈਵਲ ਦਾ ਹੁੰਦਾ, ਇਹਦੇ ਵਿੱਚ ਪਟਵਾਰੀ ਦੇ ਵਿੱਚ ਕੋਈ ਸੌਖਾ ਨਹੀਂ ਆਉਂਦਾ, ਜਿਵੇਂ ਹੁਣ ਕਲਰਕ ਦੇ ਵਿੱਚ ਸੌਖਾ ਆਉਂਦਾ 10 ਨੰਬਰ ਦਾ, ਪਰ ਇਹਦੇ ਵਿੱਚ ਥੋੜਾ ਜਿਹਾ ਔਖਾ ਆਉਂਦਾ ਹੁੰਦਾ। ਪਿਛਲੀ ਵਾਰੀ ਕੁਦਰਤੀ ਸੌਖਾ ਆ ਗਿਆ ਸੀਗਾ। ਤਾਂ ਕਹਿਣ ਦਾ ਮਤਲਬ 10 ਨੰਬਰ ਦੀ ਪੰਜਾਬ ਜੀਕੇ, 10 ਨੰਬਰ ਦੀ ਐਗਰੀਕਲਚਰ, 15 ਨੰਬਰ ਦਾ ਕੰਪਿਊਟਰ ਤੇ 10 ਨੰਬਰ ਦੀ ਪੰਜਾਬੀ ਤੁਸੀਂ ਕਵਰ ਕਰ ਲਓ, ਸਟਾਰਟ ਕਰ ਲਓ ਅੱਜ ਤੋਂ। ਠੀਕ ਹੈ ਜੀ, ਪਲੇਲਿਸਟ ਅਲੱਗ-ਅਲੱਗ ਬਣੀ ਪਈ ਹੈ, ਆਪਣਾ ਸ਼ੁਰੂ ਕਰ ਲਓ, ਤਾਂ ਬਾਕੀ ਪੇਪਰਾਂ ਵਾਸਤੇ ਤੁਹਾਡੇ ਕੰਮ ਆਊਗੀ। ਇਹ ਸੀਗਾ ਜੀ ਸਿਲੇਬਸ, ਇਹ ਸੀਗੀ ਜੀ ਪਟਵਾਰੀ ਦੀਆਂ ਪੋਸਟਾਂ। ਪ੍ਰਮਾਤਮਾ ਕਿਰਪਾ ਕਰੇ, ਪੰਜਾਬ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਬਖਸ਼ੇ। ਅੱਜ ਤੋਂ ਹੀ ਆਪਣੀ ਤਿਆਰੀ ਸਟਾਰਟ ਕਰ ਦਿਓ। ਇਹ ਨਾ ਸੋਚਿਓ ਵੀ ਫਾਰਮ ਭਰੂੰਗਾ ਮੈਂ ਤਿਆਰੀ ਕਰੂੰਗਾ। ਸਭ ਤੋਂ ਪਹਿਲਾਂ ਆਪਣਾ ਫਾਰਮ ਭਰ ਕੇ ਆਰਾਮ ਨਾਲ ਉਹਦਾ ਪ੍ਰਿੰਟ ਆਊਟ ਵਗੈਰਾ ਕੱਢ ਕੇ ਉਹਨੂੰ ਸੰਭਾਲ ਕੇ, ਤੇ ਆਪਣੇ ਜਿਹੜੇ ਰਜਿਸਟ੍ਰੇਸ਼ਨ ਨੰਬਰ ਹੁੰਦਾ ਉਹਦਾ ਪਾਸਵਰਡ ਸਾਰਾ ਚਾਹੇ ਕਿਸੇ ਡਾਇਰੀ 'ਚ ਲਿਖ ਲਓ ਜਾਂ ਉਹਨੂੰ ਮੇਲ 'ਚ ਰੱਖ ਲਓ। ਭਾਈ ਮੇਲ ਵੀ ਬੰਦ ਨਾ ਕਰਿਆ ਕਰੋ, ਨੰਬਰ ਉਹ ਭਰਿਓ, ਮੋਬਾਈਲ ਨੰਬਰ ਜਿਹੜਾ ਤੁਸੀਂ ਬੰਦ ਨਹੀਂ ਕਰਨਾਗਾ। ਬਾਅਦ 'ਚ ਕਈ ਕਹਿੰਦੇ ਸਾਨੂੰ ਜੀ ਸਾਡਾ ਤਾਂ ਮੋਬਾਈਲ ਨੰਬਰ ਬੰਦ ਹੋ ਗਿਆ, ਸਾਡਾ ਐਡਮਿਟ ਕਾਰਡ ਆਊਗਾ ਜਾਂ ਨਹੀਂ ਆਊਗਾ। ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਬੱਚਿਆਂ ਨੂੰ, ਉਹ ਬਾਅਦ 'ਚ ਮੇਰੇ ਨਾਲ ਫੇਸ ਕਰਦੇ ਆ। ਤਾਂ ਆਪਣਾ ਮੋਬਾਈਲ ਨੰਬਰ ਤੇ ਈਮੇਲ ਆਈਡੀ ਉਹ ਦਿਓ ਜਿਹੜਾ ਤੁਸੀਂ ਬੰਦ ਨਹੀਂ ਕਰਨਾਗਾ। ਤਾਂ ਖਾਸ ਗੱਲਾਂ ਦਾ ਧਿਆਨ ਰੱਖਣਾ। ਆਪਣਾ ਫਾਰਮ ਖੁਦ ਭਰਨਾ, ਜੇ ਖੁਦ ਨਹੀਂ ਭਰਦੇ ਸਾਈਬਰ ਕੈਫੇ ਤੇ ਭਰਾਉਣੇ ਆ ਭਾਈ, ਪੈਸੇ ਦਿੰਦੇ ਤੁਸੀਂ ਉਹਨਾਂ ਨੂੰ, ਕੋਲੇ ਬੈਠ ਕੇ ਭਰਾ ਕੇ ਆਓ ਫਾਰਮ ਆਪਣਾ, ਤੇ ਲਾਸਟ ਡੇਟ ਤੋਂ ਪਹਿਲਾਂ ਭਰਾਓ। ਠੀਕ ਹੈ, ਬਾਕੀ ਇਸ ਤੋਂ ਬਾਅਦ ਜ਼ਿਆਦਾ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਕਮੈਂਟ ਤੁਸੀਂ ਕਰ ਸਕਦੇ ਹੋ, ਤੁਹਾਨੂੰ ਉਹਦਾ ਆਨਸਰ ਮਿਲੂਗਾ। ਤਾਂ ਸ਼ੁਕਰੀਆ। ਪ੍ਰਮਾਤਮਾ ਕਿਰਪਾ ਕਰੇ, ਪੰਜਾਬ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਬਖਸ਼ੇ, ਪੰਜਾਬ ਨੂੰ ਖੁਸ਼ਹਾਲੀ ਬਖਸ਼ੇ, ਚੜ੍ਹਦੀ ਕਲਾ 'ਚ ਰਹੋ। ਪ੍ਰਮਾਤਮਾ ਸਭ ਦਾ ਹੀ ਭਲਾ ਕਰੇ।